ਸਿੱਖਾਂ ਦੀ ਧਾਰਮਿਕ ਪਾਰਟੀ ਦੇ ਕਾਰਕੁਨਾਂ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਪੁਲਿਸ ਨੂੰ ਲਿਖ ਕੇ ਦਿੱਤਾ 30 ਬੰਦਿਆਂ ਨੇ ਕਿ ਪੁਲਿਸ ਅੰਦਰ ਭੇਜ ਕੇ ਇਹਨਾਂ ਨੂੰ ਬਾਹਰ ਕੱਢਿਆ ਜਾਏ ਤੇ ਇਲੈਕਸ਼ਨ ਕਰਾਈ ਜਾਏ। ਮਹਾਰਾਜ ਦੀ ਹਜ਼ੂਰੀ ਵਿੱਚ ਪੁਲਿਸ ਕੋਈ ਜੁੱਤੀਆਂ ਨਾਲ, ਕੋਈ ਬਗੈਰ ਜੁੱਤੀਆਂ ਦੇ ਅੰਦਰ ਵੜੀ ਹੈ। ਬੀੜੀਆਂ, ਸਿਗਰਟਾਂ, ਤੰਬਾਕੂ ਉਹਨਾਂ ਦੀਆਂ ਜੇਬਾਂ 'ਚ ਨੇ। ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਇਹ ਨਹੀਂ ਕਿਹਾ ਗਿਆ ਕਿ ਇਹਨਾਂ ਨੂੰ ਬਾਹਰ ਕੱਢੋ ਜੀ। ਇਸ ਤੋਂ ਵੱਧ ਸਿੱਖ ਕੌਮ ਦੀ ਮਰਿਆਦਾ ਦੀ, ਪਰੰਪਰਾ ਦੀ, ਗੁਰੂ ਦੀ ਬੇਅਦਬੀ ਹੋਰ ਕੌਣ ਕਰ ਸਕਦਾ ਹੈ? ਉਰਦੂ ਦਾ ਸ਼ੇਰ ਹੈ, ਜਿਨ पे तकिया था वही पत्ते हवा देने लगे। एक कौम सामण गए, एक कौम की रहनुमाई करने वाले ये रह गया बादल दल ते नाल सरसा, दुध दी रख के बिल्ले बिठा दिते। ये की समझते हैं? ये दसन ਤੁਸੀਂ ਕਿੰਨੀ ਸ਼ਹਿ ਦੇ ਉੱਤੇ ਇਤਨਾ ਵੱਡਾ ਕੁਕਰਮ ਕੀਤਾ ਹੈ। ਤੂੰ 500 ਸਿੱਖ ਇਕੱਠਾ ਕਰਕੇ ਦੱਸ ਦੇ, 400 ਕਰ ਦੇ, 300 ਕਰ ਦੇ, 200 ਕਰ ਦੇ, 100 ਕਰ ਦੇ। ਜੇ 100 ਸਿੱਖ ਇਕੱਠਾ ਹੋ ਕੇ ਤੇਰੇ ਮੂੰਹ ਤੇ ਕਾਲਖ ਬਣ ਕੇ, ਤੇਰੇ ਮੂੰਹ ਤੇ ਸ਼ਾਹੀਆਂ ਡੋਲ ਕੇ, ਤੇਰੇ ਕੱਪੜੇ ਪਾੜ ਕੇ ਨਾ ਭੇਜਦੇ ਮੈਨੂੰ ਪਰਮਜੀਤ ਸਿੰਘ ਨਾਲ। ਕਹਿੰਦੇ ਸਿੱਖਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਮੈਂ ਬੀਜੇਪੀ ਜੁਆਇਨ। ਤੂੰ ਆਵਾਜ਼ ਬੰਦ, ਸਿੱਖਾਂ ਦੀ ਆਵਾਜ਼ ਬੁਲੰਦ ਨਹੀਂ, ਹੁਣ ਲਫ਼ਜ਼ ਕਹਿਣਾ ਪਏਗਾ। ਅੱਜ ਬੰਦ ਕਰਨ ਵਾਸਤੇ ਤੂੰ ਗਿਆ ਜਿੱਥੇ ਕਿ ਬਾਦਲਾਂ ਨੇ ਆਪਣੇ ਪ੍ਰਧਾਨ ਦੀਆਂ ਧੱਜੀਆਂ ਲਾ ਦਿੱਤੀਆਂ, ਕਹਿੰਦੇ ਇਹ ਨਹੀਂ ਕਾਬਲ ਹੈ। ਉਹਦੀ ਜਗ੍ਹਾ ਗੁਰਦੇਵ ਸਿੰਘ ਨੂੰ ਬਣਾਇਆ ਗਿਆ, ਜਿਹੜਾ ਮੋਸਟ ਇਨਐਕਸਪੀਰੀਅੰਸ ਸੀ। ਕਹਿੰਦਾ ਜੀ ਤੁਸੀਂ ਪਰਚੀ ਪਾ ਲਓ। ਅਸੀਂ ਕਿਹਾ ਤੇਰੀ ਜਗ੍ਹਾ ਟੋੜਾ ਸਾਹਿਬ ਪ੍ਰਧਾਨ ਹੁੰਦੇ ਸਨ, ਤੇ ਟੋੜਾ ਸਾਹਿਬ ਨੇ ਕਿਹਾ ਗੁਰੂ ਅਸੀਂ ਜੂਆ ਖੇਡਣ ਵਾਸਤੇ ਨਹੀਂ ਰੱਖਿਆ ਹੋਇਆ। ਹੁਣ ਜੂਆ ਖੇਡੀਏ, ਪਰਚੀ ਪਾਈਏ, ਕਿਹੜਾ ਆਉਂਦਾ ਕਿਹੜਾ ਨਹੀਂ। 11:40 ਦੀ ਇਲੈਕਸ਼ਨ ਸ਼ੁਰੂ ਹੋਈ, 9:30 ਵਜ ਗਏ। ਫਿਰ ਇਹਨਾਂ ਨੇ ਹਮਲਾ ਮਾਰਿਆ। ਮੈਂ ਕਿਹਾ ਹੁਣ ਮੈਂ ਬੈਲਟ ਬਾਕਸ ਤੇਰੇ ਨਾਲ ਬੈਠਾ, ਬਿਲਕੁਲ ਸੇਮ ਗੱਲਾਂ ਦੁਹਰਾਉਂਦੇ ਰਹੇ ਅਸੀਂ 11 ਘੰਟੇ। ਪਰ 9:30 ਵਜੇ ਨਾਲ ਜਾਂ 9:45 ਵਜੇ ਨਾਲ ਇਹਨਾਂ ਨੇ ਪੁਲਿਸ ਬੁਲਾ ਲਈ ਬਹੁਤ ਜ਼ਿਆਦਾ। ਸਰ ਨਾਲ ਇੰਨੀ ਕਿ ਨੌਬਤ ਆ ਗਈ ਕਿ ਪੁਲਿਸ ਫੋਰਸ ਸੱਦਣੀ ਪਈ ਰਕਾਬਗੰਜ ਗੁਰਦੁਆਰੇ 'ਚ। ਉਹਨਾਂ 'ਚ ਦਮ ਨਹੀਂ ਸੀ ਕਿ ਵੋਟਿੰਗ ਕਰਾ ਸਕਣ। ਉਹ ਕਹਿ ਰਹੀ ਸੀ ਕਿ ਸਰਨਾ ਉਹਨਾਂ ਨੇ, ਹਰਮੀਤ ਕਾਲਕਾ ਉਹਨਾਂ ਦਾ ਬਿਆਨ ਹੈ ਕਿ ਸਰਨਾ ਉਹਨਾਂ ਨੇ ਪਹਿਲੇ ਹੀ ਵੋਟ ਤੋਂ ਬਾਅਦ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਤਾਂ ਖੱਲਲ ਪਾਉਣ ਦੀ ਕੋਸ਼ਿਸ਼ ਕੀਤੀ। ਤੂੰ ਕਿਉਂ ਆਰਗੂ ਕਰ ਰਿਹਾ ਸੈਂ ਡਾਇਰੈਕਟਰ ਨਾਲ ਤੇ ਜਿਹੜਾ ਐਸਡੀਐਮਸੀ ਬਈ ਨੇ ਜੀ ਇਹ ਨਹੀਂ ਹੋ ਸਕਦੀ? ਤੂੰ ਇਲੈਕਸ਼ਨ ਕੰਡਕਟ ਕਰ ਰਿਹਾ ਹੈ ਜਾਂ ਸਰਕਾਰ ਵੱਲੋਂ ਆਏ ਹੋਏ ਸਨ? ਇਹ ਝੂਠ ਘੱਟ ਬੋਲ। ਇਲੈਕਸ਼ਨ ਹੋਣ ਤੋਂ ਬਾਅਦ, ਆਪਣੇ ਵਿਊਜ਼ ਦੇਣ ਤੋਂ ਬਾਅਦ, ਆਪਣੇ ਰਾਏ ਦੇਣ ਤੋਂ ਬਾਅਦ ਤਾਂ ਜਾਂਦੇ ਨੇ। ਤੂੰ ਤਾਂ ਪਹਿਲੀ ਵੋਟ ਤੋਂ ਬਾਅਦ ਹੀ ਬਾਹਰ ਚਲਾ ਗਿਆ। ਤੁਹਾਨੂੰ ਉੱਪਰੋਂ ਇੰਸਟਰਕਸ਼ਨ ਸਨ ਵੀ ਇਹ ਜਿਹੜੀ ਬਦਮਾਸ਼ੀ ਕਰਨ ਦਿਓ, ਜਿਹੜੀ ਗੁੰਡਾਗਰਦੀ ਕਰਨੀ ਹੈ ਕਰਨ ਦਿਓ। ਉਹਨਾਂ ਦਾ ਕੋਈ ਗੱਲ ਨਹੀਂ ਮੰਨੀ, ਉਹਨੇ ਆਪ ਕਿਹਾ ਸਾਨੂੰ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਮਨਦੀਪ ਜੋਤ ਸਿੰਘ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਹਰਮੀਤ ਸਿੰਘ ਕਾਲਕਾ ਬਣੇ ਨੇ। ਇਸ ਮੁਕਾਬਲੇ ਵਿੱਚ ਉਹਨਾਂ ਦੇ ਸਾਹਮਣੇ ਪਰਮਜੀਤ ਸਿੰਘ ਸਰਨਾ ਸਨ। ਅੱਜ ਪਰਮਜੀਤ ਸਿੰਘ ਸਰਨਾ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਨਾ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਨਾ ਸਾਹਿਬ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੇ ਪ੍ਰਧਾਨ ਦੀਆਂ। ਹਰਮੀਤ ਸਿੰਘ ਕਾਲਕਾ ਪ੍ਰਧਾਨ ਬਣੇ ਨੇ, ਕੀ ਕਹਿਣਾ ਚਾਹੋਗੇ? ਇਹ ਦੱਸੋ ਵੀ ਕਿਹੜੀ ਗੱਲ ਜਿਹੜੀ ਕਹਿਣ ਤੋਂ ਬਗੈਰ ਹੈਗੀ। 11 ਵਜੇ ਦਾ ਟਾਈਮ ਸੀ ਇਲੈਕਸ਼ਨ ਸ਼ੁਰੂ ਹੋਣ ਦਾ, ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਨੂੰ ਚਿੱਠੀ ਆਈ ਹੈ। 11 ਵਜੇ ਅਸੀਂ ਜਿਹੜਾ ਕਾਨਫਰੰਸ ਹਾਲ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ, ਅਸੀਂ ਜਾ ਕੇ ਬੈਠ ਗਏ। 5-7 ਮਿੰਟਾਂ ਬਾਅਦ ਬਾਦਲ ਧੜਾ ਵੀ ਆ ਗਿਆ, ਕਿਉਂਕਿ ਇੱਕ ਕੇਸ ਜਿਹੜਾ ਸੀ ਉਹ ਕੋਰਟ ਵਿੱਚ ਸੀ। ਕੋਰਟ ਨੇ ਵਰਬਲ ਆਰਡਰ ਕਰਤੇ ਸਨ ਕਿ ਇਹ ਜਿਹੜੀ ਵੋਟ ਹੈਗੀ ਇਸ 'ਤੇ ਸਟੇ ਹੈਗਾ, ਪਰ ਆਰਡਰ ਲੈ ਕੇ ਆਉਣ ਵਿੱਚ ਨਰਿੰਦਰ ਸਿੰਘ ਜਿਹੜਾ ਡਾਕਟਰ ਉਹ ਲੇਟ ਹੋ ਗਿਆ। ਤਕਰੀਬਨ 11:40 ਜਾਂ 11:45 ਦੇ ਉੱਤੇ ਚੋਣ ਪ੍ਰਕਿਰਿਆ ਸ਼ੁਰੂ ਹੋਈ। ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਪਹਿਲਾਂ ਪ੍ਰੋਟਮ ਚੇਅਰਮੈਨ ਚੁਣ ਲਓ। ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਨਾਂ ਲਿਆ। ਬਾਦਲਾਂ ਨੇ ਆਪਣੇ ਹੀ ਪ੍ਰਧਾਨ ਦੀਆਂ ਧੱਜੀਆਂ ਲਾ ਦਿੱਤੀਆਂ, ਕਹਿੰਦੇ ਇਹ ਨਹੀਂ ਕਾਬਲ ਹੈਗਾ। ਉਹਦੀ ਜਗ੍ਹਾ ਗੁਰਦੇਵ ਸਿੰਘ ਨੂੰ ਬਣਾਇਆ ਗਿਆ, ਜਿਹੜਾ ਮੋਸਟ ਇਨਐਕਸਪੀਰੀਅੰਸ ਸੀ।
ਪਰ ਇਹ ਜਾਣ ਕੇ ਸ਼ਰਾਰਤ ਲਈ ਬਣਾਇਆ ਗਿਆ ਸੀ ਤਾਂ ਕਿ ਇਲੈਕਸ਼ਨ ਦੇ ਵਿੱਚ ਬੇਈਮਾਨੀ ਕੀਤੀ ਜਾ ਸਕੇ। ਸਭ ਤੋਂ ਪਹਿਲਾਂ ਉਸਨੇ ਕਿਹਾ ਜੀ ਕਿ ਮੈਂ ਇਹ ਇਲੈਕਸ਼ਨ ਜਿਹੜੀ ਹੈਗੀ ਬਾਈ ਸ਼ੋਅ ਆਫ ਹੈਂਡ ਕਰਾਵਾਂਗੇ। ਅਸੀਂ ਕਿਹਾ ਜੀ ਤੁਹਾਨੂੰ ਕੋਈ ਆਪਣੇ ਮੈਂਬਰਾਂ 'ਤੇ ਭਰੋਸਾ ਨਹੀਂ ਹੈਗਾ, ਸ਼ੋਅ ਆਫ ਹੈਂਡ ਕਰਾਓਗੇ? ਜਦ 2 ਉਮੀਦਵਾਰ ਤੇ ਦਿੱਲੀ ਕਮੇਟੀ ਦਾ ਐਕਟ ਕਹਿੰਦਾ ਹੈ ਕਿ ਇਹ ਬਾਈ ਸੀਕਰਟ ਬੈਲਟ ਹੋਣੀ ਹੈ। ਜਦ ਉਹ ਨਹੀਂ ਮੰਨ ਰਿਹਾ ਸੀ ਤਾਂ ਨਰਿੰਦਰ ਸਿੰਘ ਅਤੇ ਉਹਦੇ ਨਾਲ ਇੱਕ SDM ਸਾਹਿਬ ਸਨ, ਉਹਨਾਂ ਨੇ ਕਿਹਾ ਜੀ ਐਕਟ ਹੈਗਾ, ਇਹ ਵੋਟਿੰਗ ਸੀਕਰਟ ਬੈਲਟ ਨਾਲ ਹੋਵੇਗੀ ਔਰ ਕੋਈ ਵੀ ਅਗਰ ਵੋਟ ਕਿਸੇ ਨੂੰ ਦਿਖਾਏਗਾ, ਕੋਈ ਨਿਸ਼ਾਨ ਲਾਏਗਾ ਜਾਂ ਉਸ ਨੂੰ ਦੇਖਿਆ ਜਾਏਗਾ ਤਾਂ ਵੋਟ ਕੈਂਸਲ ਹੋਏਗੀ। ਅਗਰ ਉੱਤੋਂ ਕੋਈ ਦੇਖਦਾ ਉਸ ਦੀ ਤਾਂ ਵੋਟ ਕੈਂਸਲ ਹੋਏਗੀ। ਬੜੇ ਖੁੱਲ੍ਹੇ ਤਰੀਕੇ ਨਾਲ ਦੱਸਦਾ ਗਿਆ। ਪਰ ਜਦ ਚੋਣ ਪ੍ਰਕਿਰਿਆ ਸ਼ੁਰੂ ਹੋਈ ਤਾਂ ਫਿਰ ਉਹ ਗੁਰਦੇਵ ਸਿੰਘ ਨੇ, ਮੈਂ ਹੁਣ ਪ੍ਰਧਾਨ ਹਾਂ ਜੀ, ਹੁਣ ਮੈਂ ਹੱਥ ਖੜੇ ਕਰਾ ਕੇ ਕਰਾਉਣਾ ਹੈ। ਅਸੀਂ ਕਿਹਾ ਜੀ ਇਹ ਨਹੀਂ ਮੰਨਣ ਹੋਣਾ। 10 ਮਿੰਟ ਇਸ 'ਤੇ ਲੱਗੇ ਰਹੇ। ਅਖੀਰ 'ਚ ਉਹਨਾਂ ਨੇ ਫਿਰ ਅਫਸਰਾਂ ਨੇ ਉਹਨੂੰ ਦਿਆ ਵੀ ਐਕਟ ਹੈਗਾ। ਚਲੋ ਸ਼ੁਰੂ ਹੋਈ ਜੀ, ਪਹਿਲੀ ਵੋਟ ਪੈ ਗਈ। ਦੂਜੀ ਵੇਟ ਪਈ ਜਿਸ ਵਕਤ ਤਾਂ ਉਸ ਨੇ ਸੁਖਬੀਰ ਸਿੰਘ ਨੇ ਆਪਣੀ ਵੋਟ ਪ੍ਰੋ ਟੈਮ ਚੇਅਰਮੈਨ ਗੁਰਦੇਵ ਸਿੰਘ ਨੂੰ ਦੱਸ ਦਿੱਤੀ, ਗਿਆ ਦੇਖ। ਉਹ ਦੇਸ਼ ਇਸ ਵਾਸਤੇ ਸੀ ਕਿ ਉਹਨਾਂ ਨੇ ਪੈਸੇ ਖਰੀਦ ਕੇ ਲਿਆ ਸੀ। ਅੱਧੇ ਪੈਸੇ ਉਹ ਕਹਿੰਦਾ ਮੈਨੂੰ ਮਿਲਣੇ ਸਨ ਅਤੇ ਅੱਧੇ ਮੈਂ ਲੈਣੇ ਸਨ, ਅਤੇ ਮੈਂ ਉਹਨਾਂ ਨੂੰ ਦੱਸਦੇ ਵੀ ਲਓ ਜੀ ਹੁਣ ਮੇਰੇ ਪੈਸੇ ਭੁਗਤਾਨ ਕਰੋ। ਅਸੀਂ ਕਹਿਤਾ ਸਾਰਿਆਂ ਨੇ ਵੋਟ ਇਨਵੈਲਿਡ ਹੈ। ਉਹ ਕਹਿੰਦੇ ਜੀ ਇਨਵੈਲਿਡ ਨਹੀਂ ਹੈ ਜੀ, ਫਲਾਣਾ ਕਰ ਲਓ, ਢੀਂਗੜਾ ਕਰ ਲਓ। ਇਨ ਦਾ ਮੀਨ ਟਾਈਮ ਪ੍ਰੋ ਟਾਈਮ ਚੇਅਰਮੈਨ ਜ਼ਰੂਰ ਬਣਦਾ ਹੈ, ਪਰ ਅੰਡਰ ਦੀ ਗਾਈਡੈਂਸ ਆਫ ਡਾਇਰੈਕਟਰ ਔਰ ਅਦਰ ਅਫਸਰਸ ਇਹ ਚੋਣ ਹੁੰਦੀ ਹੈ ਗੁਰਦੁਆਰਾ ਕਮੇਟੀ ਦੀ। ਮੈਂ ਖੁਦ 6 ਚੋਣਾਂ ਅੰਦਰ ਦੇਖੀਆਂ, ਇਸ ਤਰ੍ਹਾਂ ਦੀ ਚੋਣ ਮੈਂ ਕਦੇ ਨਹੀਂ ਦੇਖੀ। ਪਰ ਡਾਇਰੈਕਟਰ ਜਿਹੜਾ ਸੀ ਪਤਰਾਬਾਜ਼ ਗਿਆ ਆਪਣੇ ਅਫਸਰ ਸਮੇਤ, ਨਾਲ ਦੇ ਕਮਰੇ ਜਾ ਕੇ ਬਹਿ ਗਿਆ। ਕਹਿੰਦਾ ਜੀ ਹੁਣ ਮੈਂ ਕੁਝ ਨਹੀਂ ਕਰਨਾ, ਹੁਣ ਪ੍ਰੋ ਟਾਈਮ ਚੇਅਰਮੈਨ ਜਾਣੇ ਜਾਂ ਉਹ ਜਾਣੇ। ਉਹ ਇਹ ਕਹਿਣ ਲੱਗਾ ਕਿ ਨਹੀਂ ਜੀ ਮੈਂ ਤਾਂ ਇਹ ਵੋਟ ਸਹੀ ਹੈਗੀ ਬਿਲਕੁਲ, ਮੈਂ ਇਹ ਵੋਟਾਂ ਖਾਲੀ ਇਹ ਹੀ ਨਹੀਂ, ਮੈਂ 10-15 ਵੋਟਾਂ ਹੋਰ ਵੀ ਦੇਖ ਸਕਦਾ। ਮੈਂ ਕਿਹਾ ਇਹਦਾ ਮਤਲਬ ਕਿ ਇਹਨਾਂ ਨੂੰ ਪੂਰਾ ਡਰ ਹੈਗਾ ਕਿ ਕ੍ਰਾਸ ਵੋਟਿੰਗ ਹੋਣੀ ਹੈ, ਜਿਸ 'ਤੇ ਸਾਨੂੰ ਸ਼ੱਕ ਹੈ ਸਾਰੀਆਂ ਮੈਂ ਵੋਟਾਂ ਦੇਖੀ ਜਾਵਾਂਗੇ। ਅਸੀਂ ਕਿਹਾ ਜੀ ਤੁਸੀਂ ਵੇਖਣਾ ਨਹੀਂ ਵੇਖਣਾ, ਜਿਹੜੀ ਵੋਟ ਵੇਖੋਗੇ ਉਹ ਇਨਵੈਲਿਡ ਹੋਏਗੀ। ਸਭ ਤੋਂ ਪਹਿਲਾਂ ਇਹਨੂੰ ਇਨਵੈਲਿਡ ਕਰਾ ਦਿਓ ਤਾਂ ਚੋਣ ਕਰਾਵਾਂਗੇ। 6 ਵਾਰ ਮੀਟਿੰਗ ਡਿਸਟਰਬ ਹੋਈਆਂ ਕਰਤੀਆਂ ਉਹਨਾਂ ਨੇ ਬਈ, ਔਰ ਅਸੀਂ ਆਪਣੇ ਸਟੈਂਡ 'ਤੇ ਖੜ੍ਹੇ ਰਹੇ ਸੀ। ਅਖੀਰ ਦੇ ਵਿੱਚ ਇਹਨਾਂ ਨੇ, ਪਹਿਲੇ ਮੈਂ ਉੱਥੇ ਜਾ ਕੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਮੈਂ ਕਿਹਾ ਹਰਵਿੰਦਰ ਸਿੰਘ ਹੈਗਾ, ਮਨਜੀਤ ਸਿੰਘ ਆਪੇ ਦੇਖ ਲੈਣਗੇ। ਹਰਵਿੰਦਰ ਸਿੰਘ ਦੇ ਮੀਨ ਟਾਈਮ ਥੋੜ੍ਹੀ ਜਿਹੀ ਉਹਨਾਂ ਨੂੰ ਤਕਲੀਫ ਜਿਹੀ ਹੋਈ ਹਾਰਟ ਦੀ, ਤਾਂ ਜਦ ਦੁਬਾਰਾ ਉਹ ਸ਼ੁਰੂ ਕਰਨ ਲੱਗਾ ਤਾਂ ਮੈਂ ਚਲਾ ਗਿਆ। ਮੈਂ ਕਿਹਾ ਇੱਕ ਗੱਲ ਸੁਣ ਲਓ, ਇਹ ਤਦ ਤੱਕ ਵੋਟ ਨਹੀਂ ਪਏਗੀ, ਵੋਟਿੰਗ ਸਟਾਰਟ ਨਹੀਂ ਹੋਏਗੀ ਜਦ ਤੱਕ ਤੁਸੀਂ ਉਸ ਵੋਟ ਨੂੰ ਕੱਢ ਕੇ ਜਾਇਆ ਨਹੀਂ ਕਰੋਗੇ। ਉਹ ਪਤਾ ਨਹੀਂ ਕਿਹੜੇ ਹੰਕਾਰ ਵਿੱਚ ਸੀ। ਮੈਨੂੰ ਕਿਹਾ ਇੰਝ ਹੈਗਾ ਤੂੰ ਆਪਣਾ ਹੰਕਾਰ ਦਾ ਜ਼ੋਰ ਲਾ ਲੈ, ਅਸੀਂ ਇੱਥੇ ਵੋਟ ਨਹੀਂ ਪਾਉਣ ਦੇਣੀ। 2 ਵਾਰ ਅਸੀਂ ਉੱਠ ਕੇ ਗਏ, ਵੋਟਾਂ ਨਹੀਂ ਪਾਉਣ ਦਿੱਤੀਆਂ, ਡੱਬੇ ਦੇ ਅੱਗੇ ਬੈਠ ਗਏ। ਔਰ ਜਿਹੜੇ ਪਾਉਣ ਆਏ ਸਨ ਉਹਨਾਂ ਨੇ ਕਹਿਤਾ ਜੀ ਅਸੀਂ ਤਾਂ ਜੇ ਸਰਨਾ ਸਾਹਿਬ ਕਹਿਣਗੇ ਤਾਂ ਵੋਟ ਪਾਵਾਂਗੇ, ਵਰਨਾ ਨਹੀਂ ਪਾਵਾਂਗੇ। ਬਾਦਲ ਦੇ ਬੰਦਿਆਂ ਨੇ ਉਹਨੂੰ ਕਿਹਾ ਜੇ ਅਸੀਂ ਕਹੀਏ, ਕਹਿੰਦਾ ਬਿਲਕੁਲ ਨਹੀਂ ਪਾਵਾਂਗਾ। ਜੇ ਸਰਨਾ ਸਾਹਿਬ ਕਹਿਣ ਹੁਣ ਪਾ ਦਿਓ, ਕਹਿੰਦਾ ਪਾਵਾਂਗਾ। ਪਰ ਇਸ ਤਰ੍ਹਾਂ ਨਹੀਂ ਹੁਣ ਮੈਂ ਪਾਉਂਦਾ ਵੋਟ, ਜਦ ਤੱਕ ਤੁਸੀਂ ਆਪਣਾ ਝਗੜਾ ਨਹੀਂ ਨਿਬੇੜ ਲੈਂਦੇ। ਸਾਡਾ ਤਾਂ ਝਗੜਾ ਹੈ ਹੀ ਨਹੀਂ ਸੀ। ਅਸੀਂ ਤਾਂ ਸਿੱਧਾ ਕਿਹਾ ਸੀ ਇਹ ਵੋਟ ਇਨਵੈਲਿਡ, ਇਸ ਨੂੰ ਖਤਮ ਕਰੋ ਅਤੇ ਵੋਟਿੰਗ ਸ਼ੁਰੂ ਕਰ ਲਓ। ਗਜ਼ਬ ਦੀ ਗੱਲ ਇਹ ਹੋਈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬੈਠਾ ਹੋਇਆ ਹੈ ਔਰ ਮੈਨੂੰ ਇਹ ਨਹੀਂ ਸਮਝ ਆਈ ਕਿ ਸਾਡਾ ਗ੍ਰਾਫ ਕਿਤਨਾ ਘਟ ਗਿਆ ਹੈ। ਮੈਂ ਤਾਂ ਪਹਿਲੀ ਵਾਰ ਦਰਸ਼ਨ ਕੀਤੇ ਸਨ, ਦਰਸ਼ਨ ਕਰਕੇ ਤੇ ਨਿਹਾਲ ਹੋਏ ਸਾਂ, ਅਕਲ ਕਰੋ ਬਿਲਕੁਲ ਹੀ ਖਾਲੀ ਸੀ ਕੰਮ। ਕਹਿੰਦਾ ਜੀ ਤੁਸੀਂ ਪਰਚੀ ਪਾ ਲਓ। ਅਸੀਂ ਕਿਹਾ ਤੇਰੀ ਜਗ੍ਹਾ ਟੋੜਾ ਸਾਹਿਬ ਪ੍ਰਧਾਨ ਹੁੰਦੇ ਸਨ, ਅਤੇ ਟੋੜਾ ਸਾਹਿਬ ਨੇ ਕਿਹਾ ਗੁਰੂ ਅਸੀਂ ਜੂਆ ਖੇਡਣ ਵਾਸਤੇ ਨਹੀਂ ਰੱਖਿਆ ਹੋਇਆ, ਵੀ ਹੁਣ ਜੂਆ ਖੇਡੀਏ, ਪਰਚੀ ਪਾਈਏ, ਕਿਹੜਾ ਆਉਂਦਾ ਕਿਹੜਾ ਨਹੀਂ ਆਉਂਦਾ। ਇਸ ਤੋਂ ਵੀ ਜ਼ਾਹਰ ਹੁੰਦਾ ਸੀ ਕਿ ਉਹ ਆਪਣੀ ਗੇਮ ਲੂਜ਼ ਕਰ ਚੁੱਕੇ। ਪਰ ਅਸੀਂ ਨਰਿੰਦਰ ਸਿੰਘ ਕੋਲ ਜਾਈਏ, ਉਹ ਕਹੇ ਜੀ ਮੇਰਾ ਹੱਥ ਕੁਝ ਨਹੀਂ ਹੈਗਾ, ਮੈਨੂੰ ਉੱਪਰੋਂ ਇੰਸਟਰਕਸ਼ਨ ਹੈਗੀਆਂ। ਅਸੀਂ ਕਿਹਾ ਜੀ ਕਿਹਦੀ? ਕਹਿੰਦਾ ਜਿਹੜੇ ਵੀ ਮੇਰੇ ਤੋਂ ਉੱਪਰ ਬਾਸ ਹੈ ਕਿ ਉਹਨਾਂ ਦੀ ਇੰਸਟਰਕਸ਼ਨ, ਮੈਂ ਤਾਂ ਜੋ ਇਹ ਕਹਿਣਗੇ ਉਹ ਕਰਾਂਗਾ, ਜੋ ਇਹ ਕਹਿਣਗੇ ਉਹ ਕਰਾਂਗਾ।
ਪੌਣੇ 12 ਦੀ ਇਲੈਕਸ਼ਨ ਸ਼ੁਰੂ ਹੋਈ 11:40 ਦੀ ਇਲੈਕਸ਼ਨ ਸ਼ੁਰੂ ਹੋਈ 9:30 ਵਜ ਗਏ। ਫਿਰ ਇਹਨਾਂ ਨੇ ਹਮਲਾ ਮਾਰਿਆ। ਮੈਂ ਕਿਹਾ ਹੁਣ ਮੈਂ ਬੈਲਟ ਬਾਕਸ ਦੇ ਨਾਲ ਬੈਠਾ, ਬਿਲਕੁਲ ਸੇਮ ਗੱਲਾਂ ਦੁਹਰਾਉਂਦੇ ਰਹੇ ਅਸੀਂ 11 ਘੰਟੇ। ਪਰ 9:30 ਵਜੇ ਨਾਲ ਜਾਂ ਪੌਣੇ 10 ਵਜੇ ਨਾਲ ਇਹਨਾਂ ਨੇ ਪੁਲਿਸ ਬੁਲਾ ਲਈ ਬਹੁਤ ਜ਼ਿਆਦਾ, ਔਰ ਪੁਲਿਸ ਮਹਾਰਾਜ ਦੇ ਕਮਰੇ 'ਚ ਐਂਟਰ ਕਰ ਗਈ ਜਿੱਥੇ ਮਹਾਰਾਜ ਦਾ ਪ੍ਰਕਾਸ਼ ਸੀ। ਸਰਨਾ ਸਾਹਿਬ ਇੰਨੀ ਕਿ ਨੌਬਤ ਆ ਗਈ ਕਿ ਪੁਲਿਸ ਫੋਰਸ ਸੱਦਣੀ ਪਈ ਰਕਾਬਗੰਜ ਗੁਰਦੁਆਰੇ ਉਸ 'ਚ। ਵਾਸਤੇ ਸੀ ਕਿ ਉਹਨਾਂ 'ਚ ਦਮ ਨਹੀਂ ਸੀ ਕਿ ਵੋਟਿੰਗ ਕਰਾ ਸਕਣ। ਪਰ ਉਹ ਕਹਿ ਰਹੇ ਸੀ ਕਿ ਸਰਨਾ ਉਹਨਾਂ ਨੇ ਹਰਮੀਤ ਕਾਲਕਾ ਉਹਨਾਂ ਦਾ ਬਿਆਨ ਹੈ ਕਿ ਸਰਨਾ ਉਹਨਾਂ ਨੇ ਪਹਿਲੇ ਹੀ ਵੋਟ ਤੋਂ ਬਾਅਦ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਤਾਂ ਖਲਲ ਪਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਕੋਲ ਜੀ ਤੁਹਾਨੂੰ ਪਤਾ ਨਹੀਂ ਹੈ ਕਿ ਇਨਵੈਲਿਡ ਵੋਟ ਦੇ ਉੱਤੇ ਗੱਲ ਕਰ ਰਹੇ ਨੇ। ਮੈਂ ਤਾਂ ਪਹਿਲੇ ਸ਼ੁਰੂ ਤੋਂ ਗੱਲ ਕੀਤਾ ਹੈ। ਪਹਿਲੀ ਵੋਟ ਪਈ, ਦੂਸਰੀ ਵੋਟ ਇਨਵੈਲਿਡ ਹੋਈ, ਤੁਸੀਂ ਕਿਉਂ ਨਹੀਂ ਮੰਨੇ? ਤੂੰ ਕਿਉਂ ਆਰਗੂ ਕਰ ਰਿਹਾ ਸੈਂ ਡਾਇਰੈਕਟਰ ਨਾਲ ਤੇ ਜਿਹੜੇ SDM ਸੀ ਬਈ ਨਹੀਂ ਜੀ ਇਹ ਨਹੀਂ ਹੋ ਸਕਦੀ। ਤੂੰ ਇਲੈਕਸ਼ਨ ਕੰਡਕਟ ਕਰ ਰਿਹਾ ਹੈ ਜਾਂ ਸਰਕਾਰ ਵੱਲੋਂ ਉਹ ਆਏ ਹੋਏ ਸਨ? ਕਹਿ ਝੂਠ ਘੱਟ ਬੋਲ। ਕਹਿ ਰਹੇ ਉਮਰ ਪਈ ਆ। ਮਹਾਰਾਜ ਬਾਣੀ 'ਚ ਕਹਿੰਦੇ ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ। ਨਹੀਂ, ਉਹ ਕਹਿ ਰਹੇ ਸੀ ਕਿ ਅਸੀਂ ਜਿਹੜੀ ਚੋਣ ਹੈ, ਚੋਣ ਪ੍ਰਕਿਰਿਆ ਪੂਰੀ ਚੰਗੀ ਤਰ੍ਹਾਂ ਚੱਲ ਰਹੀ ਸੀ ਤੇ ਲੇਕਿਨ ਇਹਨਾਂ ਨੇ ਮਨਮਾਨੀ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਜੀ ਕੀ ਚੱਲ ਰਹੀ ਸੀ, ਸਿੱਧੀ ਸਪਸ਼ਟ ਗੱਲ ਹੈਗੀ। ਦੂਸਰੀ ਵੋਟ ਹੀ ਇਨਵੈਲਿਡ ਹੋ ਗਈ, ਇੱਕ ਵੋਟ ਸਟੇ ਹੋ ਗਿਆ, ਦੂਸਰੀ ਇਨਵੈਲਿਡ ਹੋ ਗਈ। ਉਹਨਾਂ ਨੇ ਸਮੈਲ ਕਰ ਲਿਆ ਨਾ ਸਾਡੀ ਡਿਫੀਟ ਆਰ ਵਾਲੇ 'ਚ ਹੋਣੀ ਹੈ। ਇਸ ਵਾਸਤੇ ਅਸੀਂ ਵੋਟਾਂ ਪਵਾਈਏ, ਦੇਖ ਕੇ ਪਵਾਈਏ ਤੇ ਬਣਾ ਕੇ ਜਿੱਤਣ ਵਾਲੀ ਗੱਲ ਕਰੀਏ। ਅਸੀਂ ਚੱਲਣ ਦਿੱਤੀ। ਸਿੱਧੀ ਗੱਲ ਹੈ, ਜਿਹੜੀ ਬਦਮਾਸ਼ੀ ਉਹ ਸਮਝ ਕੇ ਆਏ ਸਨ ਕਿ ਸਰਸਾ 60 ਬੰਦੇ ਗੁੰਡੇ ਆਪਣੇ ਲੈ ਕੇ ਹੇਠਾਂ ਬੈਠਾ ਹੋਇਆ ਹੈ, 60 ਹਰਮੀਤ ਦੇ ਕਮਰੇ 'ਚ ਬੈਠੇ ਹੋਏ ਨੇ ਤੇ ਅਸੀਂ ਬਣਾ ਕੇ ਇਲੈਕਸ਼ਨ ਕਰਾ ਲਾਂਗੇ ਜ਼ੋਰ ਜ਼ਬਰਦਸਤੀ ਨਾਲ। ਉਹ ਜ਼ੋਰ ਜ਼ਬਰਦਸਤੀ ਸਾਡੇ ਮੈਂਬਰਾਂ ਨੇ ਚੱਲਣ ਨਹੀਂ ਦਿੱਤੀ। ਇੱਕ ਸਰਨਾ ਸਾਹਿਬ ਤੁਹਾਡੀ ਵੀ ਜਿਹੜੀ ਵੀਡੀਓ ਸੀ ਉਹ ਵਾਇਰਲ ਹੋਈ ਸੀ, ਜਿਹੜੇ ਡਾਇਰੈਕਟਰ ਨੇ ਉੱਥੋਂ ਦੇ ਨਰਿੰਦਰ ਸਿੰਘ, ਉਹਨਾਂ ਨਾਲ ਤੁਸੀਂ ਨੋਵੀ ਤੇ ਤੁਸੀਂ ਵੀ ਦੋਨੋਂ ਆਪਸ ਦੇ ਵਿੱਚ ਬਹਿਸ ਰਹੇ ਸੀ। ਕੋਈ ਬਹਿਸ ਗੱਲ ਨਹੀਂ ਹੋਈ, ਮੇਰੀ ਗੱਲ ਦਾ ਜਵਾਬ ਨਹੀਂ ਦੇ ਸਕਿਆ। ਮੈਂ ਉਹਨੂੰ ਇਹ ਕਿਹਾ, ਕੀ ਪੁੱਛਿਆ ਸੀ? ਮੈਂ ਉਸ ਨੂੰ ਇਹ ਕਿਹਾ ਸੀ ਬਈ ਤੁਸੀਂ ਸਰਦਾਰ ਨਰਿੰਦਰ ਸਿੰਘ ਜੀ, ਤੁਸੀਂ ਇਲੈਕਸ਼ਨ ਮੀਟਿੰਗ ਰੂਮ ਬੈਠ ਕੇ ਕੰਡਕਟ ਕਿਉਂ ਨਹੀਂ ਕਰਾ ਰਹੇ ਹੋ? ਵਾਈ ਯੂ ਆਰ ਸਿਟਿੰਗ ਆਊਟਸਾਈਡ? ਕਹਿੰਦਾ ਜੀ ਮੇਰਾ ਕੰਮ ਖਤਮ ਹੋ ਗਿਆ। ਮੈਂ ਕਿਹਾ ਤੇਰਾ ਕੰਮ ਕਿੱਥੇ ਖਤਮ ਹੋ ਗਿਆ? ਹਰ ਮੀਟਿੰਗ ਜਿਤਨੀ ਹੈਗੀ ਕਾਰਵਾਈ ਗੁਰਦੁਆਰਾ ਡਾਇਰੈਕਟਰ ਉਹਦੇ ਨਾਮਨੀ ਪੂਰੀ ਇਲੈਕਸ਼ਨ ਹੋਣ ਤੋਂ ਬਾਅਦ ਆਪਣੇ ਵਿਊਜ਼ ਦੇਣ ਤੋਂ ਬਾਅਦ ਆਪਣੇ ਰਾਏ ਦੇਣ ਤੋਂ ਬਾਅਦ ਤਾਂ ਜਾਂਦੇ ਨੇ। ਤੂੰ ਤਾਂ ਪਹਿਲੀ ਵੋਟ ਤੋਂ ਬਾਅਦ ਹੀ ਬਾਹਰ ਚਲਾ ਗਿਆ। ਤੁਹਾਨੂੰ ਉੱਪਰੋਂ ਇੰਸਟਰਕਸ਼ਨ ਸਨ ਵੀ ਇਹ ਜਿਹੜੀ ਬਦਮਾਸ਼ੀ ਕਰਨ ਦਿਓ, ਜਿਹੜੀ ਗੁੰਡਾਗਰਦੀ ਕਰਨੀ ਹੈ ਕਰਨ ਦਿਓ। ਉਹਨਾਂ ਦਾ ਕੋਈ ਗੱਲ ਨਹੀਂ ਮੰਨੀ, ਉਹਨੇ ਆਪ ਕਿਹਾ ਸਾਨੂੰ। ਇੰਸਟਰਕਸ਼ਨ ਕਿਸ ਦੀਆਂ ਸੀ? ਪਰ ਮੈਂ ਕਿਹਾ ਕਿ ਉਸ ਨੂੰ, ਮੈਂ ਕਿਹਾ ਤੂੰ ਪੜ੍ਹਿਆ ਲਿਖਿਆ ਜ਼ਰੂਰ ਹੈ ਮੇਰੇ ਨਾਲ ਵੱਧ, ਪਰ ਐਕਸਪੀਰੀਅੰਸ ਮੈਨੂੰ ਤੇਰੇ ਨਾਲ ਵੱਧ ਹੈ। ਤੂੰ ਤਾਂ ਪਹਿਲੀ ਇਲੈਕਸ਼ਨ ਕਰਾ ਰਿਹਾ ਹੈ, ਤੈਨੂੰ ਕਾਨੂੰਨ ਪਤਾ ਨਹੀਂ। ਨਹੀਂ, ਤੁਸੀਂ ਇੰਸਟਰਕਸ਼ਨ ਦੀ ਗੱਲ ਕੀਤੀ, ਇੰਸਟਰਕਸ਼ਨ ਕਿਹਦੇ ਵੱਲੋਂ ਆਈਆਂ ਸੀ ਫਿਰ? ਉਹ ਤਾਂ ਆਪ ਕਹਿ ਰਿਹਾ ਸੀ ਮੇਰੇ ਬਾਸਾਂ ਨੇ ਮੈਨੂੰ ਇੰਸਟਰਕਸ਼ਨ ਦਿੱਤੀਆਂ। ਹੁਣ ਉਹ ਤਾਂ ਦੱਸਿਆ ਨਾ ਉਹਦਾ ਬਾਸ ਕੌਣ ਸੀ। ਨਹੀਂ, ਬੌਸ ਕੌਣ? ਕਮਿਸ਼ਨਰ ਸੀ, LG ਸੀ, ਚੀਫ ਮਿਨਿਸਟਰ ਸੀ, ਕੌਣ ਸੀ ਇਹਦੇ? ਹੀ ਸ਼ੁੱਡ ਐਕਸਪਲੇਨ, ਹੀ ਸ਼ੁੱਡ ਟੈਲ ਦਾ ਟਰੁੱਥ। ਜੇ ਤੁਹਾਨੂੰ ਪਤਾ ਤੁਸੀਂ ਦੱਸ ਸਕਦੇ? ਹਾਂਜੀ, ਜੇ ਤੁਹਾਨੂੰ ਪਤਾ ਤੁਸੀਂ ਦੱਸ ਸਕਦੇ? ਮੈਨੂੰ ਕੀ ਪਤਾ। ਉਹਦੇ ਬਾਸ ਦੋ ਹੈਗੇ, ਇੱਕ ਦਿੱਲੀ ਸਰਕਾਰ, ਇੱਕ LG। ਹਾਂਜੀ, ਉਹ ਦੱਸੇ LG ਵੱਲੋਂ ਇੰਸਟਰਕਸ਼ਨ ਸਨ ਕਿ ਚੀਫ ਮਿਨਿਸਟਰ ਵੱਲੋਂ ਸਨ। LG ਤਾਂ ਫਿਰ BJP ਦਾ ਤੇ ਲੇਕਿਨ ਇਹ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਧੜੇ ਚੋਂ ਨੇ। ਮੈਨੂੰ ਇਹਦੇ 'ਚ ਕੋਈ ਲੈਣਾ ਦੇਣਾ ਨਹੀਂ ਹੈ ਜੀ ਵੀ ਕਿਹੜਾ ਅਫਸਰ ਕਿਹਦੀ ਪਾਰਟੀ 'ਚ ਹੈ। ਮੈਨੂੰ ਕੋਈ ਲੈਣਾ ਦੇਣਾ ਨਹੀਂ ਹੈ। ਇੱਥੇ ਸਿੱਧੀ ਗੱਲ ਹੈ, ਕਾਨੂੰਨ ਦੀ ਗੱਲ ਕਰੋ। ਜੇ LG ਨੇ ਇੰਸਟਰਕਸ਼ਨ ਦਿੱਤੀਆਂ ਤਾਂ LG ਕਸੂਰਵਾਰ ਹੈ, ਗੁਨਾਹਗਾਰ ਹੈਗਾ। ਇਸ ਉਮਰ 'ਚ ਆ ਕੇ ਉਸਨੇ ਇਹ ਜੋ ਕੰਮ ਕੀਤਾ ਹੈ, ਇਹ ਬਹੁਤ ਵੱਡਾ ਗਲਤ ਕੰਮ ਕੀਤਾ ਉਸਨੇ। ਜੇ ਕਾਂਗਰਸ ਦੀ ਸਰਕਾਰ ਨੇ ਇਸ ਨੂੰ ਇੰਸਟਰਕਸ਼ਨ ਦਿੱਤੀਆਂ, ਆਪਣਾ ਕਾਂਗਰਸ ਕਹਿ ਰਿਹਾ, ਆਪ ਦੀ ਸਰਕਾਰ ਨੇ ਇੰਸਟਰਕਸ਼ਨ ਦਿੱਤੀਆਂ, ਆਪ ਦੀ ਸਰਕਾਰ ਜ਼ਿੰਮੇਵਾਰ ਹੈ। ਹਾਲੇ ਤੱਕ ਆਪ ਵਾਲਿਆਂ ਤੋਂ ਕੋਈ ਨਹੀਂ ਆਇਆ ਵੀ ਸਾਡੀ ਕੋਈ ਦਖਲਅੰਦਾਜ਼ੀ ਨਹੀਂ ਸੀ, ਨਹੀਂ ਆਇਆ। ਕੇਜਰੀਵਾਲ ਹੁੰਦਾ ਕੋਈ ਬਿਆਨ? ਕੋਈ ਬਿਆਨ ਨਹੀਂ, ਨਾ ਕੇਜਰੀਵਾਲ, ਨਾ ਹੇਠੇਵਾਲ, ਨਾ ਜਗਤਾਰ ਸਿੰਘ, ਜਾਂ ਰਣੈਲ ਸਿੰਘ, ਨਾ ਕੁਝ। ਨੋ ਮਿਨਿਸਟਰ, ਨਥਿੰਗ ਐਲਸ। ਅੱਛਾ ਸਰਨਾ ਸਾਹਿਬ, ਇੰਨਾ ਟਾਈਮ ਕਿਉਂ ਲੱਗ ਗਿਆ? ਜੇ ਦੇਖਿਆ ਜਾਏ ਤਾਂ ਮਨਜਿੰਦਰ ਸਿੰਘ ਸਿਰਸਾ, ਉਹਨਾਂ ਨੂੰ 2 ਮਹੀਨੇ ਦੇ ਕਰੀਬ ਸਮਾਂ ਹੋ ਗਿਆ, ਉਹ ਆਪਣਾ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ। ਇੰਨਾ ਟਾਈਮ ਕਿਉਂ ਲੱਗ ਗਿਆ? ਇੰਨਾ ਸਮਾਂ ਕਿਉਂ ਲੱਗ ਗਿਆ ਪ੍ਰਧਾਨ ਚੁਣਨ ਦੇ ਵਿੱਚ ਜਾਂ ਵੋਟਾਂ ਪਾਉਣ ਦੇ? ਕੋਰਟ ਵਿੱਚ ਕੇਸ ਪਾਉਂਦੇ ਰਹੇ। ਨਹੀਂ, ਉਹ ਕਹਿੰਦੇ ਕੋਰਟ ਦੇ ਕੇਸ ਵਿੱਚ ਲੀਗਲ ਡਾਕੂਮੈਂਟ ਹੀ ਪਾਏ ਸੀ ਅਸੀਂ। ਲੀਗਲ ਕੀ ਡਾਕੂਮੈਂਟ ਸੀ?
ਕੋਰਟ ਦੇ ਵਿੱਚ ਇਲੈਕਸ਼ਨ ਨੂੰ ਡਿਲੇ ਕਰਨ ਵਾਸਤੇ, ਮੈਂਬਰਾਂ ਨੂੰ ਆਪਣੇ ਨਾਲ ਕਰਨ ਵਾਸਤੇ ਇਹਨਾਂ ਨੇ ਕੋਰਟ 'ਚ ਕੇਸ ਪਾਤੇ ਵੀ ਇਲੈਕਸ਼ਨ ਜਲਦੀ ਹੋ ਗਈ ਤੇ ਸਾਡੇ ਕੋਲ ਮੈਂਬਰ ਨਿਕਲ ਜਾਣਗੇ। 60 ਲੱਖ ਰੁਪਇਆ ਜਦ ਹੁਣ ਬਾਠ ਬਣਿਆ ਵਰਕਿੰਗ ਪ੍ਰੈਜ਼ੀਡੈਂਟ, ਉਹਨੇ ਕਿਹਾ ਲਿਖਿਆ ਵੀ ਵਕੀਲਾਂ ਨੂੰ ਦਿੱਤਾ ਗਿਆ ਦਿੱਲੀ ਕਮੇਟੀ 'ਚੋਂ। ਇਹ ਤਾਂ ਗੇਨ ਚੈੱਕ, ਤੇ ਜਿਹੜੇ ਵਕੀਲ ਕੈਸ਼ ਲੈਂਦੇ ਨੇ ਉਹ 70-75 ਲੱਖ ਰੁਪਇਆ ਸ਼੍ਰੋਮਣੀ ਕਮੇਟੀ ਦਾ ਲੱਗ ਗਿਆ ਇਸ ਇਹਦੇ ਵਿੱਚ, ਅਦਾਲਤਾਂ ਦੀ ਲੜਾਈ ਦੇ ਵਿੱਚ ਡਿਲੇ ਕਰਨ ਵਾਸਤੇ। ਹੁਣ ਕੀ ਹੈ, ਸਾਨੂੰ ਆਪਣਾ ਮੈਂਬਰ ਜਿਹੜਾ ਗੁਰੂ ਦੀ ਬਖਸ਼ਿਸ਼ ਨਾਲ ਉਹ ਲਾਟਰੀ ਵਾਲਾ ਮੈਂਬਰ ਸਾਡਾ ਨਿਕਲ ਆਇਆ, ਸਾਡਾ ਸਮਰਥਕ ਨਿਕਲ ਆਇਆ। ਅਸੀਂ ਤਾਂ ਉਸ ਵਿਚਾਰ ਦੇ ਪਹਿਲੇ ਦਰਸ਼ਨ ਨਹੀਂ ਸੀ ਕੀਤੇ ਹੋਏ, ਪਰ ਉਹਨਾਂ ਕਿਹਾ ਜੀ ਮੈਂ ਤੁਹਾਡੀ ਪਾਲਿਸੀ ਨਾਲ ਸਹਿਮਤ ਹਾਂ, ਸਾਡਾ ਹੋ ਗਿਆ। ਉਹਦੀ ਇਲੈਕਸ਼ਨ ਨੂੰ ਨੋਟੀਫਿਕੇਸ਼ਨ ਕੱਢਣ ਵਾਸਤੇ ਇਹਨਾਂ ਨੇ 2 ਹਫ਼ਤੇ ਲਾਤੇ। ਹੋਰ ਉਸ ਤੋਂ ਬਾਅਦ ਬੇਈਮਾਨੀ ਕੀ ਕਰਨਗੇ? ਨਹੀਂ, ਉਹ ਕਹਿੰਦੇ ਕੋਰਟ ਦੇ ਆਰਡਰ ਸੀ। ਕੋਰਟ ਦੇ ਕੀ ਆਰਡਰ ਸਨ? ਕੋਰਟ ਦੇ ਕੀ ਆਰਡਰ ਸਨ? ਵੀ ਨੋਟੀਫਿਕੇਸ਼ਨ ਰੋਕ ਲਓ। ਕਿਹੜੀ ਕੋਰਟ ਦੇ ਤੁਹਾਨੂੰ ਦੱਸੋ ਮੈਨੂੰ, ਕਿਹੜੀ ਕੋਰਟ ਨੇ ਕਿਹਾ ਕਿ ਨੋਟੀਫਿਕੇਸ਼ਨ ਦਾ ਆਰਡਰ ਕੱਢ ਲਓ? ਪਹਿਲੇ ਉਹਨੇ ਕਿਹਾ ਜੀ ਕੋਰਟ ਦੀ 12 ਤਰੀਕ ਮੈਂ ਦੇਖ ਕੇ ਨੋਟੀਫਿਕੇਸ਼ਨ ਜਬ ਦੇਖ ਲਈ। 12 ਤਰੀਕ ਲੰਘੇ, ਫਿਰ ਕੋਈ ਨਹੀਂ। ਫਿਰ ਅਸੀਂ ਰੋਸ ਮਾਰਚ ਕੀਤਾ ਉਹਦੇ ਦਫ਼ਤਰ 'ਤੇ ਜਾ ਕੇ, ਤਾਂ ਉਸਨੇ ਕੱਢਿਆ। ਤਾਂ ਵੀ ਟੈਕਨੀਕਲ ਗਲਤੀ ਹੋਈ ਹੈ ਉਸ ਕੋਲ ਬਹੁਤ ਵੱਡੀ। ਉਸਨੇ ਇਲੈਕਸ਼ਨ ਨੋਟੀਫਿਕੇਸ਼ਨ ਪਹਿਲੇ ਕੱਢਤਾ, ਉਹਦਾ ਨੋਟੀਫਿਕੇਸ਼ਨ 1 ਦਿਨ ਬਾਅਦ ਕੀਤਾ। ਇਹ ਤਾਂ ਸਰਾਸਰ ਬੇਈਮਾਨੀ ਹੋਈ ਹੈ। ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਉੱਥੇ ਸਭ ਤੋਂ ਪਹਿਲੇ ਮੱਸਾ ਰੰਗੜ ਗਿਆ ਸੀ ਅੰਦਰ। ਉਸ ਤੋਂ ਬਾਅਦ 1956 ਦੇ ਵਿੱਚ, ਜੋ ਮੈਨੂੰ ਪਤਾ ਜਿੰਨਾ ਕੁ ਇਤਿਹਾਸ, ਭੀਮ ਸੈਨ ਸੱਚਰ ਮੁੱਖ ਮੰਤਰੀ ਸੀ ਤੇ ਉਹਨੇ ਦਰਬਾਰ ਸਾਹਿਬ ਪੁਲਿਸ ਭੇਜੀ ਸੀ। ਡੈਟ ਵਾਜ਼ ਇਨ ਦਾ ਪੈਰੀਫੇਰੀ ਆਫ ਦਰਬਾਰ ਸਾਹਿਬ, ਨਾਟ ਇਨਸਾਈਡ ਜਿੱਥੇ ਗੁਰੂ ਮਹਾਰਾਜ ਵਿਰਾਜਮਾਨ ਹੁੰਦੇ ਹਨ। ਸੰਨ 86 ਵਿੱਚ ਬਰਨਾਲੇ ਨੇ ਪੁਲਿਸ ਭੇਜੀ ਸੀ ਦਰਬਾਰ ਸਾਹਿਬ 'ਚ। ਡੈਟ ਵਾਜ਼ ਆਲਸੋ ਔਨ ਦਾ ਪੈਰੀਫੇਰੀ ਆਫ ਦਰਬਾਰ ਸਾਹਿਬ। ਫਸਟ ਟਾਈਮ ਸਿੱਖਾਂ ਦੀ ਧਾਰਮਿਕ ਪਾਰਟੀ ਦੇ ਕਾਰਕੁਨਾਂ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਪੁਲਿਸ ਨੂੰ ਲਿਖ ਕੇ ਦਿੱਤਾ 30 ਬੰਦਿਆਂ ਨੇ ਕਿ ਪੁਲਿਸ ਅੰਦਰ ਭੇਜ ਕੇ ਇਹਨਾਂ ਨੂੰ ਬਾਹਰ ਕੱਢਿਆ ਜਾਏ ਤੇ ਇਲੈਕਸ਼ਨ ਕਰਾਈ ਜਾਏ। ਮਹਾਰਾਜ ਦੀ ਹਜ਼ੂਰੀ ਵਿੱਚ ਪੁਲਿਸ ਕੋਈ ਜੁੱਤੀਆਂ ਨਾਲ, ਕੋਈ ਬਗੈਰ ਜੁੱਤੀਆਂ ਦੇ ਅੰਦਰ ਵੜੀ ਹੈ। ਬੀੜੀਆਂ, ਸਿਗਰਟਾਂ, ਤੰਬਾਕੂ ਉਹਨਾਂ ਦੀਆਂ ਜੇਬਾਂ 'ਚ ਨੇ। ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਇਹ ਨਹੀਂ ਕਿਹਾ ਗਿਆ ਕਿ ਇਹਨਾਂ ਨੂੰ ਬਾਹਰ ਕੱਢੋ ਜੀ, ਅਸੀਂ ਆਪਣਾ ਝਗੜਾ ਆਪੇ ਨਿਬੇੜਾਂਗੇ। ਇਸ ਤੋਂ ਬਾਅਦ ਸਿੱਖ ਕੌਮ ਦੀ ਮਰਿਆਦਾ ਦੀ, ਪਰੰਪਰਾ ਦੀ, ਗੁਰੂ ਦੀ ਬੇਅਦਬੀ ਹੋਰ ਕੌਣ ਕਰ ਸਕਦਾ? ਉਰਦੂ ਦਾ ਸ਼ੇਰ ਹੈ, ਜਿਨ पे तकिया था वही पत्ते हवा देने लगे। हैं जी, एक कौम सामण गए, एक कौम की रहनुमाई करने वाले हैं। ये रह गया बादल दल ते नाल सरसा, जिस दे होंदियां सारी दिल्ली कमेटी लुट्टी गई, पुट्टी गई, बर्बाद हो गई, स्कूल बर्बाद हो गए। फिर बंदा किहड़ा चुनदा पिया जिहदे केस हरमीत सिंह ने 3 मैंबरी कमेटी भेजी, ਉਹਨੂੰ ਦਾਗੀ ਕਰਾ ਦਿੱਤਾ, 25 ਲੱਖ ਰੁਪਏ ਮਹੀਨਾ ਖਾ ਰਿਹਾ, ਉਸੇ ਨੂੰ ਜੁਆਇੰਟ ਸੈਕਟਰੀ। ਦੁੱਧ ਦੀ ਰਾਖੇ ਬਿੱਲੇ ਬਿਠਾ ਦਿੱਤੇ। ਇਹ ਕੀ ਸਮਝਦੇ ਨੇ? ਇਹ ਦੱਸਣ ਤੁਸੀਂ ਕਿੱਦੀ ਸ਼ਹਿ ਦੇ ਉੱਤੇ ਇਤਨਾ ਵੱਡਾ ਕੁਕਰਮ ਕੀਤਾ ਹੈ। ਵਾਟ ਆਰ ਦੋਜ਼ ਫੋਰਸਿਸ ਹੂ ਆਰ ਬਿਹਾਈਂਡ ਯੂ? ਜਿਹੜੀ ਤੁਸੀਂ ਗੁਰੂ ਦੀ ਬੇਅਦਬੀ ਕੀਤੀ, ਉਹ ਕੀਤੀ ਹੈ। ਦੱਸੋ ਕਿਹੜੇ ਬੰਦੇ ਸਨ ਜਿਨ੍ਹਾਂ ਦੀ ਸ਼ਹਿ ਤੇ ਤੁਸੀਂ ਇਹ ਕੁਕਰਮ ਕੀਤਾ ਹੈ। ਸਰਨਾ ਸਾਹਿਬ, ਪੰਜਾਬ ਦੇ ਵਿੱਚ ਹੁਣ ਇਲੈਕਸ਼ਨ ਨੇ, ਬੀਜੇਪੀ ਵੀ 117 ਸੀਟਾਂ 'ਤੇ ਚੋਣ ਲੜ ਰਹੀ ਹੈ। ਮਨਜਿੰਦਰ ਸਿੰਘ ਸਿਰਸਾ ਪਿਛਲੇ ਦਿਨੀ ਸ਼ਾਮਲ ਹੋਏ ਨੇ ਬੀਜੇਪੀ ਦੇ ਵਿੱਚ। ਤੁਹਾਨੂੰ ਕੀ ਲੱਗਦਾ ਹੈ, ਬੀਜੇਪੀ ਚੋਣ ਲੜਾਏਗੀ ਪੰਜਾਬ? ਉਹ ਬੜਾ ਭਲਵਾਨ ਹੈਗਾ ਨਾ, ਹਾਂਜੀ। ਉਹਨੂੰ ਕਹੋ ਪੰਜਾਬ 'ਚ ਜਿਹੜਾ ਸਭ ਤੋਂ ਸਿੰਪਲ ਹਲਕਾ ਹੈਗਾ, ਉੱਥੇ ਤੂੰ ਚੋਣ ਲੜ ਕੇ ਦੇਖ ਲੈ। ਚਰਚਾਵਾਂ ਚੱਲ ਰਹੀਆਂ ਸੀ ਕਿ ਬੀਜੇਪੀ ਦੇ ਵੱਲੋਂ ਇਲੈਕਸ਼ਨ ਲੜ ਸਕਦੇ ਨੇ ਪੰਜਾਬ। ਮੈਂ ਕਹਿੰਦਾ ਜੀ ਉਹ ਬੀਜੇਪੀ ਵੱਲੋਂ ਲੜੇ, ਜਿੱਦੇ ਵੱਲੋਂ ਮਰਜ਼ੀ ਲੜੇ। ਵੈਸੇ ਤਾਂ ਇਹ ਜਿਹੜੇ ਦੁਸ਼ਟ ਹੈਗੇ, ਉਹਨਾਂ ਨੂੰ ਕੋਈ ਪਾਰਟੀ ਟਿਕਟ ਦੇ ਕੇ ਰਾਜੀ ਨਹੀਂ। ਇਹ ਦੁਸ਼ਟਾਂ ਦੇ ਦੁਸ਼ਟ ਨੂੰ ਮੈਂ ਲਫ਼ਜ਼ ਵਰਤਣਾ ਨਹੀਂ ਚਾਹੁੰਦਾ, ਬੜੀ ਮੁਸ਼ਕਿਲ ਨਾਲ ਰੋਕ ਕੇ ਰੱਖਿਆ ਹੋਇਆ। ਇਹਨਾਂ ਵਰਗਾ ਲਫ਼ਜ਼ ਮੇਰੇ ਕੋਲ ਹੈ, ਬਟ ਆਈ ਡੋਂਟ ਵਾਂਟ ਟੂ ਯੂਜ਼ ਦੋਜ਼ ਵਰਡਸ। ਸਰਨਾ ਸਾਹਿਬ, ਜਾ ਆਪਣੀ ਭਲਵਾਨੀ ਦੇਖਣੀ ਆ, ਲੜ। ਇੱਕ ਕੰਮ ਹੋਰ ਕਰ,
ਤੂੰ 500 ਸਿੱਖ ਇਕੱਠਾ ਕਰਕੇ ਦੱਸ ਦੇ, 400 ਕਰ ਦੇ, 300 ਕਰ ਦੇ, 200 ਕਰ ਦੇ, 100 ਕਰ ਦੇ। ਜੇ 100 ਸਿੱਖ ਇਕੱਠਾ ਹੋ ਕੇ ਤੇਰੇ ਮੂੰਹ ਤੇ ਕਾਲਖ ਬਣ ਕੇ, ਤੇਰੇ ਮੂੰਹ ਤੇ ਸ਼ਾਹੀਆਂ ਡੋਲ ਕੇ, ਤੇਰੇ ਕੱਪੜੇ ਪਾੜ ਕੇ ਨਾ ਭੇਜਦੇ, ਮੈਨੂੰ ਪਰਮਜੀਤ ਸਿੰਘ ਨਾਲ ਕਹਿਣਾ। ਨਾਲ ਜਿਹੜੇ ਤੈਨੂੰ ਉਹ ਮਿਲੀ ਹੋਈ ਹੈ ਨਵੀਂ ਫੌਜ, ਉਹਨੂੰ ਨਾਲ ਲੈ ਜਾਈਂ, ਫਿਰ ਵੀ ਆਪਣਾ ਅਸਰ ਦੇਖ ਲਈਂ। ਸਰਨਾ ਸਾਹਿਬ ਇਹ ਜਿੱਥੇ ਗਿਆ ਬੇੜਾ ਕਰ ਕਰਕੇ ਗਿਆ। ਪੰਜਾਬੀ ਬਾਗ ਦੀਆਂ 4 ਫੈਮਲੀਆਂ ਨਾਲ ਤਰਕਾਤ ਸੀ ਦੇ, 4 'ਚੋਂ 2 ਕੰਗਲੇ ਹੋ ਗਏ ਤੇ 2 ਪੰਜਾਬੀ ਬਾਗ ਛੱਡ ਕੇ ਨੱਸ ਗਏ। ਮੈਂ ਫਿਰ ਕਹਿੰਦਾ, ਮੈਂ ਇੱਕ ਉਹਦੇ ਘਰ ਗਿਆ ਸੀ, ਮੈਂ ਕਿਹਾ ਗੱਲ ਸੁਣ ਲੈ ਮੇਰੀ, ਇਹ ਜੇ ਬੰਦੇ ਨਾਲ ਕਲਾਮ ਕਰਨੀ ਠੀਕ ਨਹੀਂ, ਪਰ ਤੂੰ ਸੋਸ਼ਲ ਰੱਖਣਾ ਰੱਖ, ਤੇਰੀ ਮਰਜ਼ੀ ਆ। ਗੁਰਦੁਆਰਾ ਕਮੇਟੀ 'ਚ ਨੂੰ ਵੋਟ ਪਾਈ, ਤੂੰ ਬੜੇ ਅੱਛੇ ਬਾਪ ਦਾ ਬੇਟਾ ਹੈ, ਤੈਨੂੰ ਗੁਰੂ ਬਖਸ਼ੇਗਾ ਨਹੀਂ। ਇਹ ਸਿੱਖ ਹੈਗੇ, ਇਹਨਾਂ ਨੂੰ ਤੁਸੀਂ ਸਿੱਖ ਸਮਝਦੇ ਹੋ? ਇਹਨਾਂ ਦਾ ਪਰਿਵਾਰ ਸਿੱਖੀ ਹੈਗੀ। ਉਹ ਕਹਿੰਦੇ ਸਿੱਖਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਮੈਂ ਬੀਜੇਪੀ ਜੁਆਇਨ। ਤੂੰ ਆਵਾਜ਼ ਬੰਦ, ਸਿੱਖਾਂ ਦੀ ਆਵਾਜ਼ ਬੁਲੰਦ ਨਹੀਂ, ਹੁਣ ਲਫ਼ਜ਼ ਕਹਿਣਾ ਪਏਗਾ। ਆਵਾਜ਼ ਬੰਦ ਕਰਨ ਵਾਸਤੇ ਤੂੰ ਗਿਆ ਜਿੱਥੇ ਗਿਆ। ਤੁਸੀਂ ਬਾਰ-ਬਾਰ ਪੁੱਛ ਰਹੇ ਹੋ, ਮੈਂ ਬਹੁਤੀ ਦੇਰ ਰੁਕ ਨਹੀਂ ਸਕਦਾ। ਇਹ ਬੁਲੰਦ ਕੇ ਸਿੱਖਾਂ ਦੀ ਆਵਾਜ਼ ਕਰਨਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਰੱਖ ਸਕਦੇ, ਬੇਅਦਬੀ ਕਰਾ ਰਹੇ ਹਨ, ਪੁਲਿਸ ਨੂੰ ਲਿਖ ਕੇ ਦੇ ਰਹੇ ਹਨ, ਇਹ ਹੇਠਾਂ ਬੈਠਾ ਇੰਸਟਰਕਸ਼ਨ ਦੇ ਰਿਹਾ ਹੈ। ਮੇਰੀ ਗੱਲ ਹੋ ਗਈ ਹੈਗੀ ਜੀ, ਮੈਂ ਇੱਥੇ ਇਲੈਕਸ਼ਨ ਭਾਵੇਂ 48 ਘੰਟੇ ਲੱਗਣ, ਇਲੈਕਸ਼ਨ ਆਪਣੇ ਹੱਕ ਵਿੱਚ ਫੈਸਲਾ ਕਰਾ ਕੇ ਜਾਵਾਂਗਾ। ਮੈਂ ਤਾਂ ਕਿਹਾ ਸੀ ਗ੍ਰੰਥੀ ਸਾਹਿਬ ਨੂੰ ਵੀ ਤੁਸੀਂ ਅਖੰਡ ਪਾਠ ਸ਼ੁਰੂ ਕਰ ਦਿਓ, ਅਗਲੇ 48 ਘੰਟੇ ਅਸੀਂ ਬੈਠੇ ਹਾਂ। ਸਾਨੂੰ ਕੀ ਪਤਾ ਇਹ ਕੁਕਰਮ ਕਰਨਗੇ ਪੁਲਿਸ ਬੁਲਾ ਕੇ। ਸਮੁੱਚੇ ਸਿੱਖ ਪੰਥ ਨੇ ਹਮੇਸ਼ਾ ਪੁਲਿਸ ਦੀ ਜਿਹੜਾ ਇੰਟਰਫੇਰੈਂਸ ਉਸ ਨੂੰ ਸਿਰ ਤੋਂ ਲੈ ਕੇ ਪੈਰ ਤੱਕ ਨਾ ਦਿਆ। ਸਰਨਾ ਸਾਹਿਬ, ਬਿਕਰਮ ਸਿੰਘ ਮਜੀਠੀਏ ਦੇ ਬਾਰੇ ਅੱਜ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਆ। ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅੰਮ੍ਰਿਤਸਰ ਈਸਟ ਤੋਂ ਬਿਕਰਮਜੀਤ ਸਿੰਘ ਮਜੀਠੀਆ ਚੋਣ ਲੜਨਗੇ, ਮਜੀਠੀਆ ਤੋਂ ਵੀ ਉਹ ਲੜਨਗੇ ਅਤੇ ਉਹ ਇਸ ਵਾਰ ਵਿਧਾਨ ਸਭਾ 2 ਹਲਕਿਆਂ ਤੋਂ ਚੋਣ ਲੜਨਗੇ। ਇੱਕ ਮਜੀਠਾ ਆਪਣਾ ਹਲਕਾ ਜੋ ਉਹਨਾਂ ਦਾ ਪੁਰਾਣਾ, ਅਤੇ ਇੱਕ ਅੰਮ੍ਰਿਤਸਰ ਈਸਟ ਜਿੱਥੋਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਾਰ ਪਹਿਲੇ ਹੀ ਮੰਨ ਲਈ। ਜੇ ਬਹਾਦਰ ਹੁੰਦਾ ਤਾਂ ਕਹਿੰਦਾ ਮੈਂ ਤਾਂ ਹੁਣ ਈਸਟ ਤੋਂ ਹੀ ਲੜਾਂਗਾ। ਇਹਦਾ ਮਤਲਬ ਉਸਨੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ। ਜਿਹੜਾ ਬੰਦਾ 2 ਹਲਕਿਆਂ ਤੋਂ ਲੜਦਾ ਹੈ ਤਾਂ ਉਹ ਸਮਝਦਾ ਵੀ ਚੱਲ ਮੈਂ ਉੱਥੇ ਜਿੱਤਾਂ, ਜੇ ਇੱਥੋਂ ਤੋਂ ਜਿੱਤ ਜਾਵਾਂਗਾ। ਉਹਨੇ ਤਾਂ ਹਾਰ ਪਹਿਲਾਂ ਹੀ ਕਬੂਲ ਕਰ ਲਈ। ਜਾਂ ਤਾਂ ਸਿੱਧਾ ਕਹਿੰਦਾ ਮੈਂ ਤਾਂ ਅੰਮ੍ਰਿਤਸਰ ਤੋਂ ਲੜਾਂਗਾ ਜੀ, ਮੈਂ ਤਾਂ ਲੜਾਂਗਾ ਅੰਮ੍ਰਿਤਸਰ। ਇਹਦੇ ਪਿਓ ਦਾਦੇ ਪੜਦਾਦੇ ਸਾਰੇ ਅੰਮ੍ਰਿਤਸਰ ਰਹਿੰਦੇ ਸਨ। ਮਜੀਠਾ ਤੇ ਮੈਂ ਸਮਝਦਾ ਹੁਣ ਇਹ ਰਹਿੰਦਾ ਹੋਇਆ ਰਹਿੰਦਾ, ਬਾਕੀ ਤਾਂ ਕੋਈ ਨਹੀਂ ਰਹਿੰਦਾ। ਦੈਨ ਇਹਨੂੰ ਕਿਉਂ ਡਰ ਸੀ? ਪੰਜਾਬ ਦੀਆਂ ਚੋਣਾਂ ਬਾਰੇ ਕੀ ਕਹਿਣਾ? ਮੈਂ ਕਿਹੜੀ ਪਾਰਟੀ? ਸਿੱਧੀ ਗੱਲ ਹੈਗੀ, ਇਹ ਗਲਤ ਕਰਾਂਗਾ। ਕੱਲ੍ਹ ਪ੍ਰੈਸ ਕਾਨਫਰੰਸ ਹੈਗੀ ਮੇਰੀ ਪੰਜਾਬ 'ਚ ਅੰਮ੍ਰਿਤਸਰ 3 ਵਜੇ। ਆਪਣਾ ਫੈਸਲਾ ਦਿਆਂਗਾ ਆਪਣੇ ਮੈਂਬਰਾਂ ਨਾਲ ਬੈਠ ਕੇ, ਉੱਥੇ ਦਿਆਂਗਾ ਆਪਣਾ ਜਿਹੜੀ ਬੇਨਤੀ ਹੈ ਸਮੁੱਚੇ ਪੰਜਾਬ ਨੂੰ, ਖਾਸ ਤੌਰ 'ਤੇ ਸਿੱਖਾਂ ਵਾਸਤੇ ਨੇ, ਉਹ ਉੱਥੇ ਐਲਾਨ ਕਰਾਂਗਾ। ਕੀ ਐਲਾਨ ਕਰਨ ਜਾ ਰਹੇ? ਹੈਂ ਜੀ, ਕੀ ਐਲਾਨ ਕਰਨ ਜਾ ਰਹੇ? ਉਹ ਉੱਥੇ ਕਰਨਾ। ਫਿਰ ਮੇਰੀ ਪ੍ਰੈਸ ਕਾਨਫਰੰਸ ਦਾ ਕੀ ਫਾਇਦਾ? ਮੈਂ ਉੱਥੇ ਜਾ ਕੇ ਕੀ ਕਰਾਂਗਾ? ਬਹੁਤ ਬਹੁਤ ਸ਼ੁਕਰੀਆ ਸਰਨਾ ਸਾਹਿਬ। ਕੈਮਰਾਮੈਨ ਗੁਰਮੀਤ ਦੇ ਨਾਲ ਮਨਦੀਪ ਜੋਤ, ਦਿੱਲੀ।